ਹੈਲੋ ਸਟੂਡੈਂਟਸ, ਇਨਵਾਇਰਮੈਂਟਲ ਐਜੂਕੇਸ਼ਨ ਸੀਰੀਜ਼ ਕਲਾਸ 12th ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਅੱਜ ਅਸੀਂ ਸਸਟੇਨੇਬਲ ਡਿਵੈਲਪਮੈਂਟ ਪਾਰਟ 2 ਜੋ ਕਿ ਸਾਡਾ ਚੈਪਟਰ 8 ਹੈ ਉਹ ਸਟਾਰਟ ਕਰਨ ਜਾ ਰਹੇ ਹਾਂ। ਪਿਛਲੇ ਲੈਕਚਰ ਦੇ ਵਿੱਚ ਅਸੀਂ ਸਸਟੇਨੇਬਲ ਡਿਵੈਲਪਮੈਂਟ ਪਾਰਟ 1 ਕੰਪਲੀਟ ਕੀਤਾ ਐਂਡ ਆਈ ਐਮ ਸ਼ੋਰ ਕਿ ਹੁਣ ਤੁਸੀਂ ਟਿਕਾਊ ਵਿਕਾਸ ਸਸਟੇਨੇਬਲ ਡਿਵੈਲਪਮੈਂਟ ਦੇ ਕਨਸੈਪਟ ਤੋਂ ਭਲੀ ਭਾਂਤੀ ਜਾਣੂ ਹੋ ਚੁੱਕੇ ਹੋਵੋਗੇ। ਫਿਰ ਵੀ ਇਹ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਆਓ ਰਿਕਾਲ ਕਰੀਏ ਕਿ ਅਸੀਂ ਪ੍ਰੀਵੀਅਸ ਲੈਕਚਰ ਦੇ ਵਿੱਚ ਕੀ ਪੜ੍ਹਿਆ। ਪਿਛਲੇ ਲੈਕਚਰ ਦੇ ਵਿੱਚ ਅਸੀਂ ਟਿਕਾਊ ਵਿਕਾਸ ਦੀ ਪਰਿਭਾਸ਼ਾ ਨੂੰ ਅੱਛੀ ਤਰ੍ਹਾਂ ਡਿਸਕਸ ਕੀਤਾ। ਕਿਸੇ ਵੀ ਦੇਸ਼ ਦਾ ਵਿਕਾਸ ਉਸ ਦੇਸ਼ ਦੀ ਆਰਥਿਕਤਾ ਦੇ ਉੱਤੇ, ਉਸ ਦੇਸ਼ ਦੀ ਉਦਯੋਗਿਕ ਕ੍ਰਾਂਤੀ ਦੇ ਉੱਤੇ ਔਰ ਉਸ ਦੇਸ਼ ਦੀ ਟੈਕਨੋਲੋਜੀ ਦੇ ਉੱਤੇ ਨਿਰਭਰ ਕਰਦਾ ਹੈ। ਔਰ ਇਹ ਤਿੰਨੋਂ ਚੀਜ਼ਾਂ ਸਾਡੇ ਇਨਵਾਇਰਮੈਂਟ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਤੋਂ ਬਿਨਾਂ ਪੋਸੀਬਲ ਨਹੀਂ ਹੋ ਸਕਦੀਆਂ। ਔਰ ਅਗਰ ਅਸੀਂ ਇਹ ਕ੍ਰਾਂਤੀ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਦੇ ਨਾਲ ਲਿਆਂਦੀ ਹੈ ਤਾਂ ਅਸੀਂ ਉਸ ਵਿਕਾਸ ਨੂੰ ਟਿਕਾਊ ਵਿਕਾਸ ਕਹਿ ਸਕਦੇ ਹਾਂ। ਲੇਕਿਨ ਅਗਰ ਅਸੀਂ ਇਹ ਵਿਕਾਸ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਦੇ ਹੋਏ ਪ੍ਰਾਪਤ ਕੀਤਾ ਹੈ ਤਾਂ ਉਸ ਨੂੰ ਅਸੀਂ ਟਿਕਾਊ ਵਿਕਾਸ ਦਾ ਨਾਮ ਨਹੀਂ ਦੇ ਸਕਦੇ। ਸੋ ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਸਮਝ ਗਏ ਕਿ ਟਿਕਾਊ ਵਿਕਾਸ ਇੱਕ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ। ਉਹ ਪ੍ਰਕਿਰਿਆ ਜਿਸ ਦੇ ਵਿੱਚ ਅਸੀਂ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਅੱਗੇ ਵਧਦੇ ਹਾਂ। ਔਰ ਇਹ ਟਿਕਾਊ ਵਿਕਾਸ ਲੋਕਾਂ ਦੇ ਅੰਦਰ ਛੁਪੀ ਹੋਈ ਅੰਦਰੂਨੀ ਤਾਕਤ ਨੂੰ ਪਹਿਚਾਨਣ ਦੇ ਵਿੱਚ ਵੀ ਮਦਦ ਕਰਦਾ ਹੈ। ਵਰਲਡ ਕਮਿਸ਼ਨ ਨੇ ਕਿਹਾ ਕਿ ਅਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਰੱਖਦੇ ਕਿ ਵਿਕਾਸ ਦੇ ਲਈ ਸੰਸਾਰ ਅੰਦਰ ਛੁਪੀ ਹੋਈ ਊਰਜਾ ਦਾ ਨਾਸ਼ ਕੀਤਾ ਜਾਵੇ। ਜੇਕਰ ਅਸੀਂ ਕੁਦਰਤ ਦੀ ਸਾਂਭ ਸੰਭਾਲ ਕਰਾਂਗੇ ਤਾਂ ਕੁਦਰਤ ਸਾਡੀ ਦੇਖਭਾਲ ਕਰੇਗੀ। ਸਾਂਭ ਸੰਭਾਲ ਦੇ ਇਸ ਤੱਥ ਨੂੰ ਯਕੀਨੀ ਬਣਾਉਂਦੀ ਹੈ ਕਿ ਜੇਕਰ ਅਸੀਂ ਕਿਸੇ ਵੀ ਪ੍ਰਬੰਧ ਦੇ ਇੱਕ ਹਿੱਸੇ ਨੂੰ ਬਚਾਉਣਾ ਹੈ ਤਾਂ ਸਾਰੇ ਪ੍ਰਬੰਧਾਂ ਨੂੰ ਹੀ ਬਚਾਉਣਾ ਪਵੇਗਾ। ਇਹੀ ਟਿਕਾਊ ਵਿਕਾਸ ਹੈ। ਕਲੀਅਰ ਸਟੂਡੈਂਟਸ? ਸੋ ਇਨ ਨਟ ਸ਼ੈਲ ਤੁਸੀਂ ਕਹਿ ਸਕਦੇ ਹੋ ਕਿ ਉਹ ਵਿਕਾਸ ਜਿਹੜਾ ਕੁਦਰਤੀ ਸਰੋਤਾਂ ਦੀ ਸੋਚੀ ਸਮਝੀ ਵਰਤੋਂ ਦੇ ਨਾਲ ਪ੍ਰਾਪਤ ਕੀਤਾ ਹੈ ਉਹ ਟਿਕਾਊ ਵਿਕਾਸ ਹੈ, ਉਹ ਸਸਟੇਨੇਬਲ ਡਿਵੈਲਪਮੈਂਟ ਹੈ। 1992 ਦੇ ਵਿੱਚ ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਸੰਮੇਲਨ ਕੀਤਾ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਅਰਥ ਸਮਿਟ ਇਨ 1992। ਰੀਓ ਡੀ ਜਨੇਰੀਓ ਪਲੇਸ ਦਾ ਨਾਮ ਹੈ। 100 ਤੋਂ ਵੱਧ ਜਿਹੜਾ ਹੈ ਸਟੇਟਸ ਨੇ, ਕੰਟਰੀਜ਼ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਉਹਨਾਂ ਦਾ ਮੇਨ ਮਕਸਦ ਇਹੀ ਸੀ ਕਿ ਵਿਕਾਸ ਔਰ ਇਨਵਾਇਰਮੈਂਟ ਨੂੰ ਕਿਸ ਤਰ੍ਹਾਂ ਦੇ ਨਾਲ ਕਨੈਕਟ ਕਰਨਾ ਹੈ ਕਿ ਅਸੀਂ ਵਿਕਾਸ ਵੀ ਕਰਨਾ ਹੈ, ਵਿਕਾਸ ਦੇ ਵਿੱਚ ਅਸੀਂ ਸੋਸ਼ਲ ਡਿਵੈਲਪਮੈਂਟ ਵੀ ਕਰਨੀ ਹੈ, ਇਕਨੋਮਿਕ ਡਿਵੈਲਪਮੈਂਟ ਵੀ ਕਰਨੀ ਹੈ, ਇੰਡਸਟਰੀਅਲ ਡਿਵੈਲਪਮੈਂਟ ਵੀ ਕਰਨੀ ਹੈ। ਲੇਕਿਨ ਉਹਦੇ ਨਾਲ ਜਿਹੜਾ ਸਾਡਾ ਕੁਆਲਿਟੀ ਆਫ ਲਾਈਫ ਹੈ, ਜਿਹੜਾ ਅਸੀਂ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕੀਤਾ ਕਿ ਜੀਵਨ ਦੀ ਗੁਣਵੱਤਾ ਦੇ ਉੱਤੇ ਕੋਈ ਮਾੜਾ ਅਸਰ ਨਹੀਂ ਪੈਣਾ ਚਾਹੀਦਾ। ਕੁਆਲਿਟੀ ਆਫ ਲਾਈਫ ਔਰ ਸਟੈਂਡਰਡ ਆਫ ਲਾਈਫ ਦੋ ਅਲੱਗ-ਅਲੱਗ ਚੀਜ਼ਾਂ ਨੇ। ਸਟੈਂਡਰਡ ਆਫ ਲਾਈਫ ਮੀਨ ਜੀਵਨ ਦਾ ਮਿਆਰ, ਕੁਆਲਿਟੀ ਆਫ ਲਾਈਫ ਮੀਨ ਜੀਵਨ ਦੀ ਗੁਣਵੱਤਾ। ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਕਰਵਾਨ ਟਾਪੂ ਦੀ ਸਟੋਰੀ ਸੁਣਾਈ ਸੀ ਔਰ ਉਹਦੇ ਵਿੱਚ ਕੁਆਲਿਟੀ ਆਫ ਲਾਈਫ ਐਂਡ ਜਿਹੜਾ ਹੈ ਜੀਵਨ ਦਾ ਮਿਆਰ ਕੀ ਹੈ, ਸਟੈਂਡਰਡ ਆਫ ਲਾਈਫ ਦੇ ਬਾਰੇ ਵਿੱਚ ਤੁਸੀਂ ਜ਼ਰੂਰ ਡਿਫਰੈਂਸ ਸਮਝ ਲਿਆ ਹੋਵੇਗਾ। ਓਕੇ, ਸੋ ਐਸ ਸਮਿਟ, ਅਰਥ ਸਮਿਟ ਦੇ ਵਿੱਚ ਜਿਹੜਾ ਹੈ 800 ਸਫ਼ਿਆਂ ਦਾ ਇੱਕ ਘੋਸ਼ਣਾ ਪੱਤਰ ਲਿਖਿਆ ਗਿਆ ਜਿਸ ਨੂੰ ਕਿਹਾ ਏਜੰਡਾ 21 ਮੀਨਸ ਕਿ 21ਵੀਂ ਸਦੀ ਤੱਕ ਇਹ ਸਾਰੇ ਟੀਚੇ ਨੇ ਜਿਹੜੇ ਸਾਨੂੰ ਪੂਰੇ ਫੋਲੋ ਕਰਨੇ ਚਾਹੀਦੇ ਨੇ। ਠੀਕ ਹੈ, ਔਰ ਸਰਕਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਹ ਜਿੰਨੇ ਵੀ ਇਹ ਸਿਧਾਂਤ ਅਸੀਂ ਏਜੰਡਾ 21 ਦੇ ਵਿੱਚ ਲਿਖ ਰਹੇ ਹਾਂ ਇਹਨਾਂ ਦੇ ਉੱਤੇ ਕੋਈ ਕਾਨੂੰਨੀ ਬੰਦਸ਼ ਨਹੀਂ ਹੈ। ਇਹ ਹਰ ਇੱਕ ਹਿਊਮਨ ਬੀਇੰਗ ਦੀ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਏਜੰਡਾ 21 ਨੇ ਇਹ ਵੀ ਕਿਹਾ ਕਿ ਔਰਤਾਂ, ਬੱਚਿਆਂ ਅਤੇ ਜਵਾਨਾਂ, ਠੀਕ ਹੈ, ਜਿਹੜੇ ਸਾਡੇ ਇੰਡੀਜਨਸ ਪੀਪਲ ਨੇ, ਜਿਹੜੇ ਟਰਾਈਬਲ ਏਰੀਆਜ਼ ਦੇ ਵਿੱਚ ਰਹਿੰਦੇ ਨੇ, ਪੁਰਾਣੇ ਅਤੇ ਦੇਸੀ ਲੋਕ, ਉਹਨਾਂ ਨੂੰ ਕਿਹਾ ਗਿਆ ਹੈ
ਅੱਜ ਵੀ ਤੁਸੀਂ ਐਮਾਜ਼ੋਨ ਜੰਗਲਾਂ ਦੇ ਵਿੱਚ ਦੇਖੋ ਐਸੇ ਟਰਾਈਬਲਸ ਏਰੀਆ ਜਿਹੜੇ ਨੇ ਕਮਿਊਨਿਟੀਜ਼ ਰਹਿੰਦੀਆਂ ਨੇ ਜਿਨ੍ਹਾਂ ਨੂੰ ਜਿਹੜੇ ਬਾਹਰਲੀ ਦੁਨੀਆ ਦਾ ਬਿਲਕੁਲ ਨਹੀਂ ਪਤਾ ਹੈ। ਸੋ ਉਹਨਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ ਅਸੀਂ, ਉਹ ਵੀ ਏਜੰਡਾ 21 ਦੇ ਵਿੱਚ ਮੈਂਸ਼ਨ ਕੀਤਾ ਗਿਆ। ਗੈਰ ਸਰਕਾਰੀ ਜਿਸ ਤਰ੍ਹਾਂ NGOs ਨੇ, ਠੀਕ ਹੈ, ਸਥਾਨਕ ਅਫਸਰ, ਲੋਕਲ ਆਫਿਸਰਸ ਨੇ, ਵਰਕਰਸ ਨੇ, ट्रेड यूनियंस ने, बिजनेस व्यापार है, इंडस्ट्रीज़ है, साइंस एंड टैक्नोलॉजी है, फार्मर्स ने, सारे जिहड़े कम्यूनिटीज़ नूं इस एजेंडा 21 दे विच इक्वल इंपॉर्टेंस दित्ती गई, उन्होंने इक्वल बराबरी का अधिकार दिता गया कि वो टिकाऊ विकास दे विच किहड़ियां-किहड़ियां क्रियावां राहीं अपना योगदान पा सकते हैं। ठीक है, इस एजेंडा दे विच ये भी दस्सिया गया कि यह सारियां चीज़ां नूं करन वास्ते देखो पैसा तो चाहिए है, इकोनॉमी स्ट्रोंग होनी चाहिए है, और ये भी दस्सिया गया कि ये पैसा कित्थों आवेगा। विज्ञान अते सिक्ख्या, कानूनी नीतियां सारियां इस दे विच शामिल कीतियां गईयां। सो स्टूडेंट्स इहदे उत्ते तुहानूं फुल फ्लैश्ड क्वेश्चन आंदा है अर्थ समिट, ठीक है, उस दे उत्ते एक नोट लिखो या एजेंडा 21 की है। ਹੁਣ ਸੰਸਾਰ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਟਿਕਾਊ ਵਿਕਾਸ ਦੇ ਲਈ ਕੀ ਚੁਣੌਤੀਆਂ ਨੇ, ਕਿਉਂਕਿ ਹਰ ਇੱਕ ਦੇਸ਼ ਚਾਹੁੰਦਾ ਹੈ ਕਿ ਉਹ ਟਿਕਾਊ ਵਿਕਾਸ ਕਰੇ, ਲੇਕਿਨ ਉਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੀਕ ਹੈ, ਕਿਸੇ ਵੀ ਤਬਦੀਲੀ ਨੂੰ ਲਿਆਉਣ ਦੇ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ, ਫਿਰ ਉਸ ਤੇ ਰਾਹ ਤੇ ਰੁਕਾਵਟਾਂ ਤੇ ਜਿੱਤ ਹਾਸਲ ਕਰਨਾ, ਠੀਕ ਹੈ, ਇਹ ਤਾਂ ਬਹੁਤ ਜ਼ਰੂਰੀ ਹੈ। ਟਿਕਾਊ ਵਿਕਾਸ ਦੀ ਗੱਲ ਕਰਨਾ ਆਸਾਨ ਹੈ, ਪਰੰਤੂ ਇਸ ਦੇ ਉੱਤੇ ਅਮਲ ਕਰਨਾ ਕਠਿਨ ਹੈ, ਲੇਕਿਨ ਅਮਲ ਤਾਂ करना ही पवेगा। ठीक है, सो असीं चुनौतियां डिस्कस करते हाँ। हुण ये तुसीं देखो इस मनुखी गतिविधि तो तुसीं भली भांति जाणू हो, तुसीं देख सकते हो, ठीक है, की हो रहा है, जंगल कट्टे जा रहे हैं और इस नूं असीं की कहने आ डिफोरेस्टेशन, और ये सब तो जिहड़ी है कुदरती स्रोतां दी दुरवरतों नंबर 1 है। ठीक है, जंगलों नूं कटना जिहड़े कि साडे वास्ते फेफड़ियां दा काम करते हैं, सानूं ऑक्सीजन दिंदे ने। ओके, इस तरह दूसरी मनुखी गतिविधि तुसीं देख लो, एक सब तो वड्डी चुनौती, ਵੱਧ ਤੋਂ ਵੱਧ उद्योग लग रहे हैं, उद्योगों के विचों जिहड़ा है जदों कोल बालिया जाता है प्रदूषण हवा दे विच फैलदा है, उस प्रदूषण नाल किन्नियां बीमारियां हुंदियां ने। ठीक है, सो ये भी एक सब तो वड्डी चुनौती है। ठीक है, टिकाऊ विकास के राह विच। इस तो इलावा तुसी देख रहे हो प्लास्टिक पोल्यूशन, अजकल जिहड़े साडे समंदर ने, पानी दे सोमे ने, वो प्लास्टिक दे समंदर बन चुके हैं, क्योंकि जिन्ना भी प्लास्टिक वेस्ट है उसनूं या तो धरती दे विच दबाया जा रहा है या पानी दे सोमिਆਂ दे विच सट्टिया जा रहा है, और ये प्लास्टिक वेस्ट है जिहड़ा ये नॉन बायोडिग्रेडेबल है, ये कदे भी जिहड़ा अपघटित नहीं होएगा। सो ये गतिविधि भी एक बहुत वड्डी चुनौती है टिकाऊ विकास के राह विच, और इस नूं असीं किवें दूर कर सकते हाँ। पिछले लैक्चर दे विच असीं डिस्कस किया कि असीं प्लास्टिक की थां ते अगर घर दे बने हुए थैले वरतों विच लियाईए, ठीक है, मिट्टी दे बने हुए बर्तन जिहड़े ने वो यूज़ करिए अगर असीं बाहर मार्केट दे विच जा रहे हाँ। ठीक है, अगर किसी ने चाह पीनी है डिस्पोजल कप की थां ते अगर मिट्टी दे जिहड़े छोटे छोटे कप्स दे विच चाह सर्व की जाती है तो उहदे नाल जिहड़ा है पोल्यूशन घट होएगा, एनर्जी की वरतों भी घट होएगी। सो ये की है बहुत वड्डी चुनौती है टिकाऊ विकास के राह विच। और ग्लोबल वार्मिंग वध रही है। ठीक है, जिन्नियां उद्योग लग रहे हैं उहदे नाल की है धरती का तापमान वध रहा है, कार्बन डाइऑक्साइड गैस वध रही है, जिसनूं असीं हरा ग्रह प्रभाव कहते हाँ, विश्व तापन कहते हाँ। ठीक है, और ये सब कुछ क्यों हो रहा है? ये सब कुछ हो रहा है बेटे मनुखी जनसंख्या दे विच जिहड़ा धमाका हो रहा है, जनसंख्या बहुत तेज़ी दे नाल वध रही है। धरती उपर अज की जनसंख्या जो पहला 6 बिलियन तक जिहड़ी है हुण पुज गई है, हुण तक तो 6 बिलियन तो भी क्रॉस कर चुकी है, और धरती की कैरिंग कैपेसिटी है जिहड़ी असीं पिछले लैक्चर दे विच भी देखा हुण खत्म होंदी जा रही है। और ये टिकाऊपुणे दे विच ये सब तो टिकाऊ विकास दे विच सब तो वड्डी चुनौती है जनसंख्या का वधना, और इस चीज़ों के उत्ते काबू पाने की भी कोशिश की जा रही है। संसार भर के सारे देश जिहड़े बुद्धिजीवी ने वो चिंतित ने कि असी इन्हां मुश्किलों नूं, इन्हां चुनौतियों नूं किवें दूर किया जाए। ठीक है, सो वध तो वध जिहड़े वातावरण नाल सुमेल रखदियां तकनीकां दा विकास किया जाना चाहिए है। ठीक है, सियानप भरपूर खपत,
पिछले लैक्चर ਦੇ ਵਿੱਚ ਅਸੀਂ ਦੇਖਿਆ ਸੀ ਕਿ ਕੰਜ਼ੰਪਸ਼ਨ ਪੈਟਰਨ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਿੱਥੇ ਸਾਨੂੰ ਜ਼ਰੂਰਤ ਹੈ ਅਸੀਂ ਸਾਈਕਲ ਤੇ ਜਾ ਸਕਦੇ ਹਾਂ, ਉੱਥੇ ਸਾਨੂੰ ਕਾਰ ਨਹੀਂ ਚੁੱਕਣੀ ਚਾਹੀਦੀ। ਠੀਕ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਅਸੀਂ ਘਰ ਦੇ ਥੈਲੇ ਵਰਤ ਸਕਦੇ ਹਾਂ ਸਮਾਨ ਲਿਆਉਣ ਵਾਸਤੇ, ਗਰੋਸਰੀ ਲਿਆਉਣ ਵਾਸਤੇ, ਉੱਥੇ ਸਾਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨੂੰ ਕਹਿੰਦੇ ਨੇ ਸਿਆਣਪ ਭਰਪੂਰ ਖਪਤ। ਠੀਕ ਹੈ, ਤਾਂ ਕਿ ਕੁਦਰਤੀ ਸਰੋਤਾਂ ਦੇ ਉੱਪਰ ਜਿਹੜੀ ਸਾਡੀ ਨਿਰਭਰਤਾ ਹੈ ਉਹ ਘੱਟ ਹੋ ਸਕੇ। ਕਲੀਅਰ। ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਘੱਟ ਕਰਨਾ ਤਾਂ ਜੋ ਸੰਸਾਰ ਭਰ ਵਿੱਚ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਹ ਵੀ ਘੱਟ ਹੋ ਸਕਣ। ਜਿੰਨਾ ਅਸੀਂ ਕੁਦਰਤੀ ਸਰੋਤਾਂ ਦੇ ਨੇੜੇ ਰਹਾਂਗੇ, ਉਹਨਾਂ ਦੀ ਸਾਂਭ ਸੰਭਾਲ ਕਰਾਂਗੇ, ਓਨੀਆਂ ਹੀ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਦੂਰ ਹੋਣਗੀਆਂ। ਠੀਕ ਹੈ, ਪਾਣੀ ਤੱਕ ਦਾ ਸੁਧਾਰ ਕਰਨਾ ਹੈ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਅੱਜ ਸਾਡਾ ਹਵਾ, ਪਾਣੀ, ਮਿੱਟੀ ਸਭ ਕੁਝ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹੁਣ ਅਗਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਚੈਲੰਜਿਸ ਜਿਹੜੀਆਂ ਨੇ ਸਸਟੇਨੇਬਲ ਡਿਵੈਲਪਮੈਂਟ ਵਿੱਚ ਇੰਡੀਆ ਵਿੱਚ ਕੀ ਚੈਲੰਜਿਸ ਆ ਰਹੀਆਂ ਨੇ। ਠੀਕ ਹੈ, ਅਗਰ ਅਸੀਂ ਸਮਾਜਿਕ ਮਾਨਤਾਵਾਂ ਦੀ ਗੱਲ ਕਰੀਏ ਐਜ਼ ਏ ਹਿਊਮਨ ਬੀਇੰਗ, ਠੀਕ ਹੈ, ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਭਾਰਤ ਦੇ ਵਿੱਚ ਵੀ ਚੁਣੌਤੀ ਹੈ ਜਨਸੰਖਿਆ ਦੀ ਹੈ। ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਔਰ ਸਨ 2040 ਤੱਕ, ਠੀਕ ਹੈ, ਭਾਰਤ ਦੀ ਆਬਾਦੀ ਚੀਨ ਤੋਂ ਵੀ ਵੱਧ ਹੋ ਸਕਦੀ ਹੈ। ਧਰਤੀ ਦੇ ਉੱਤੇ ਦਬਾਅ ਵੱਧ ਰਿਹਾ ਹੈ, ਧਰਤੀ ਦੇ ਸੋਮੇ ਨੇ ਕੁਦਰਤੀ ਉਹ ਖਤਮ ਹੋ ਰਹੇ ਨੇ। ਠੀਕ ਹੈ, ਸੋ ਇਸ ਜਿਹੜੀ ਹੈ ਵੱਧਦੀ ਜਨਸੰਖਿਆ ਕੁਦਰਤੀ ਸੋਮਿਆਂ 'ਤੇ ਔਰ ਮਨੁੱਖੀ ਸਿਹਤ ਦੋਨਾਂ ਦੇ ਉੱਤੇ ਹੀ ਦੁਰਪ੍ਰਭਾਵ ਪਾ ਰਹੀ ਹੈ। ਸੋ ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ ਭਾਰਤ ਵਾਸਤੇ ਸਸਟੇਨੇਬਲ ਡਿਵੈਲਪਮੈਂਟ ਨੂੰ ਮੇਨਟੇਨ ਕਰਨ ਲਈ। ਦੂਸਰੀ ਚੁਣੌਤੀ ਹੈ ਪੜ੍ਹਾਈ, ਲਿਟਰੇਸੀ। ਠੀਕ ਹੈ, ਅਸੀਂ ਜਾਣਦੇ ਹਾਂ ਕਿ ਵਿਕਾਸ ਦੇ ਹਰ ਪਹਿਲੂ ਲਈ ਪੜ੍ਹੇ ਲਿਖੇ ਹੋਣਾ ਬਹੁਤ ਮਹੱਤਵਪੂਰਨ ਹੈ। ਜੇ ਅਸੀਂ ਉਦਯੋਗਿਕ ਕ੍ਰਾਂਤੀ ਚਾਹੀਦੀ ਹੈ, ਸਾਨੂੰ ਉਹਦੇ ਵਿੱਚ ਜਿਹੜੇ ਨੇ ਕਾਮੇ ਚਾਹੀਦੇ ਨੇ, ਠੀਕ ਹੈ, ਵਰਕਰਸ ਚਾਹੀਦੇ ਨੇ, ਅਫਸਰਸ ਚਾਹੀਦੇ ਨੇ, ਉਹਨਾਂ ਦਾ ਪੜ੍ਹੇ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਟੈਕਨੋਲੋਜੀ ਡਿਵੈਲਪ ਕਰਨੀ ਹੈ ਤਾਂ ਸਾਨੂੰ ਵੱਧ ਤੋਂ ਵੱਧ ਜਿਹੜੇ ਕੰਪਿਊਟਰਸ ਮਾਹਿਰ ਬੰਦਿਆਂ ਦੀ ਲੋੜ ਹੈ। ਠੀਕ ਹੈ, ਸੋ ਗਰੀਬੀ ਘਟਾਉਣ ਦੇ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਪੜ੍ਹੇ ਲਿਖੇ ਹਾਂ, ਸਾਡੇ ਵਿੱਚ ਕੋਈ ਕਾਬਲੀਅਤ ਹੈ ਤਾਂ ਅਸੀਂ ਨੌਕਰੀਆਂ ਹਾਸਲ ਕਰ ਲਵਾਂਗੇ ਜਾਂ ਅਸੀਂ ਕੋਈ ਆਪਣਾ ਹੱਥ ਦਾ ਕੰਮ ਸ਼ੁਰੂ ਕਰ ਸਕਦੇ ਹਾਂ। ਔਰ ਜੇ ਅਸੀਂ ਪੜ੍ਹੇ ਲਿਖੇ ਹਾਂ ਤਾਂ ਅਸੀਂ ਸਮਝਾਂਗੇ ਪੂਰੀ ਤਰ੍ਹਾਂ ਕਿ ਵਾਤਾਵਰਣ ਸਰੋਤ ਜਿਵੇਂ ਪਾਣੀ, ਹਵਾ, ਭੂਮੀ, ਜੰਗਲ ਇਹ ਸਾਡੇ ਲਈ ਕਿੰਨੇ ਮਹੱਤਵਪੂਰਨ ਨੇ। ਲੇਕਿਨ ਲਿਟਰੇਸੀ ਰੇਟ ਹੈ ਜਿਹੜਾ ਇੰਡੀਆ ਦਾ ਉਹ ਹਾਲੇ ਵੀ ਘੱਟ ਹੈ, ਹੌਲੀ ਹੌਲੀ ਵੱਧ ਰਿਹਾ ਹੈ, ਪਰ ਇਹ ਵੀ ਇੱਕ ਚੁਣੌਤੀ ਹੈ। ਅਗਰ ਅਸੀਂ ਆਪਣੇ ਆਪ ਨੂੰ ਅਵੇਅਰ ਰੱਖਦੇ ਹਾਂ, ਠੀਕ ਹੈ, ਪੜ੍ਹਾਈ ਪੱਖੋਂ, ਤਾਂ ਜਨਸੰਖਿਆ ਨੂੰ ਵੀ ਅਸੀਂ ਘੱਟ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਇੱਕ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਹੈ ਉਸ ਨੂੰ ਪਤਾ ਹੈ ਕਿ ਇੱਕ ਛੋਟੀ ਫੈਮਿਲੀ ਦੀ ਕੀ ਇੰਪੋਰਟੈਂਸ ਹੈ, ਆਪਣੀ ਸਿਹਤ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਰੱਖ ਸਕਦੇ ਹਾਂ, ਸਿਹਤਮੰਦ ਕਿਵੇਂ ਹੋ ਸਕਦੇ ਹਾਂ, ਇਹ ਸਭ ਕੁਝ ਸਾਨੂੰ ਜਿਹੜਾ ਹੈ ਪੜ੍ਹਾਈ ਦੇ ਜ਼ਰੀਏ ਪਤਾ ਚੱਲਦਾ ਹੈ। ਥਰਡ ਚੁਣੌਤੀ ਹੈ ਗਰੀਬੀ, ਪਾਵਰਟੀ, ਜਿਹੜੀ ਕਿ ਇੰਡੀਆ ਦੀ ਸਭ ਤੋਂ ਵੱਡੀ ਚੁਣੌਤੀ ਹੈ ਅੱਜ ਵੱਧਦੀ ਜਨਸੰਖਿਆ ਕਰਕੇ। ਠੀਕ ਹੈ, ਗਰੀਬੀ ਹਾਲੇ ਵੀ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ। ਆਜ਼ਾਦੀ ਮਿਲਣ ਸਮੇਂ ਆਰਥਿਕ ਵਿਕਾਸ ਦੇ ਨਵੇਂ ਪੱਧਰ ਖੋਜੇ ਗਏ। ਠੀਕ ਹੈ, ਜਨਸੰਖਿਆ ਦੇ ਵਿੱਚ ਤਕੜੇ ਵਾਧੇ ਦੇ ਬਾਵਜੂਦ ਭਾਰਤ ਨੇ ਗਰੀਬੀ ਘਟਾਉਣ ਦੇ ਵਿੱਚ ਬਹੁਤ ਤਰੱਕੀ ਕੀਤੀ ਹੈ, ਲੇਕਿਨ ਹਾਲੇ ਵੀ ਹੋਰ ਜਿਹੜੇ ਹੈ ਸਟੈਪਸ ਚੱਕਣ ਦੀ ਜ਼ਰੂਰਤ ਹੈ। ਹੁਣ ਅਸੀਂ ਗੱਲ ਕਰਦੇ ਹਾਂ ਆਰਥਿਕ ਸੰਭਾਵਨਾਵਾਂ ਕੀ ਨੇ, ਕਿ ਆਰਥਿਕ ਤੌਰ 'ਤੇ ਵਿਕਾਸ ਵੀ ਜਿਹੜਾ ਹੈ ਟਿਕਾਊਪੁਣੇ ਦੇ ਵਿੱਚ ਜਿਹੜਾ ਹੈ ਇੱਕ ਚੁਣੌਤੀ ਹੈ। ਦੇਖੋ ਬੱਚੋ, ਗਰੀਬੀ ਜਿਵੇਂ ਆਰਥਿਕ ਟਿਕਾਊ ਵਿਕਾਸ ਦੇ ਵਿੱਚ ਇੱਕ ਚੁਣੌਤੀ ਸੀ, ਇਸੇ ਤਰ੍ਹਾਂ ਆਰਥਿਕ ਵਿਕਾਸ ਵੀ ਪ੍ਰਦੂਸ਼ਣ ਪੈਦਾ ਕਰਦਾ ਹੈ। ਹੁਣ ਮੈਂ ਸਿੰਪਲ ਐਗਜ਼ਾਮਪਲ ਦਿਆਂ ਕਿ ਅਗਰ ਕੋਈ ਪੜ੍ਹਿਆ ਲਿਖਿਆ ਹੈ, ਉਸ ਨੂੰ ਅੱਛੀ ਨੌਕਰੀ ਮਿਲ ਗਈ ਹੈ, ਉਸ ਦੇ ਕੋਲ ਪਹਿਲਾਂ ਸਕੂਟਰ ਸੀ, ਫਿਰ ਉਸਨੇ ਕਾਰ ਲੈ ਲਈ। ਠੀਕ ਹੈ, ਲੇਕਿਨ ਅਗਰ ਜਿੱਥੇ ਉਹਨੂੰ ਸਕੂਟਰ 'ਤੇ ਜਾਏ ਕੰਮ ਸਰਦਾ ਹੈ ਉਹ ਕਾਰ ਚੱਕੇਗਾ, ਕਿਉਂਕਿ ਉਹ ਆਪਣੀ ਜਿਹੜੀ ਕੰਜ਼ੰਪਸ਼ਨ ਪੈਟਰਨ ਹੈ ਸੋਚ ਸਮਝ ਕੇ ਜਿਹੜਾ ਹੈ ਖਪਤ ਦੀ ਬਣਤਰ ਨੂੰ ਨਹੀਂ ਅਮਲ ਵਿੱਚ ਲਿਆ ਰਿਹਾ। GDP ਦੀ ਬਣਤਰ ਵੀ ਚੇਂਜ ਹੋ ਜਾਂਦੀ ਆਰਥਿਕ ਵਿਕਾਸ ਨਾਲ। ਜਿੰਨਾ ਜ਼ਿਆਦਾ ਆਰਥਿਕ ਵਿਕਾਸ ਹੋਏਗਾ, ਗ੍ਰੋਸ ਡਿਵੈਲਪਮੈਂਟ ਪ੍ਰੋਡਕਟਿਵਿਟੀ ਇਨਕਰੀਜ਼ ਹੁੰਦੀ ਹੈ।
ਭਾਰਤ ਦੇ ਵਿੱਚ ਅੱਜ ਆਵਾਜਾਈ ਦੇ ਸਾਧਨ ਬਹੁਤ ਨੇ, ਪ੍ਰਾਈਵੇਟ ਸਰਕਾਰੀ ਬੈਂਕਾਂ ਦੇ ਵਿੱਚ ਨੌਕਰੀਆਂ ਬਹੁਤ ਨੇ। ਪਿਛਲੇ 50 ਸਾਲਾਂ ਤੋਂ ਅਗਰ ਅਸੀਂ ਦੇਖੀਏ ਤਾਂ ਬਹੁਤ ਤਰੱਕੀ ਹੋਈ ਹੈ। ਉਹਦੇ ਨਾਲ ਨਾਲ ਖਪਤ ਦੀ ਬਣਤਰ ਵੀ ਚੇਂਜ ਹੋ ਗਈ ਹੈ, ਜਿਵੇਂ ਮੈਂ ਪਹਿਲਾਂ ਹੀ ਦੱਸਿਆ। ਠੀਕ ਹੈ, ਹੁਣ ਅੱਜ ਅਸੀਂ ਜਿਸ ਤਰ੍ਹਾਂ ਸਾਡੇ ਆਰਥਿਕ ਤੌਰ 'ਤੇ ਅਸੀਂ ਅੱਛੀ ਤਰ੍ਹਾਂ ਵਿਕਸਿਤ ਹਾਂ, ਤਾਂ ਅਸੀਂ ਥੈਲੇ ਚੱਕਣ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ। ਠੀਕ ਹੈ, ਪਲਾਸਟਿਕ ਦੇ ਬੈਗ ਜ਼ਿਆਦਾ ਪਸੰਦ ਕਰਦੇ ਹਾਂ। ਠੀਕ ਹੈ, ਡਿਸਪੋਜ਼ੇਬਲ ਚੀਜ਼ਾਂ ਦੇ ਉੱਤੇ ਅਸੀਂ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ, ਔਰ ਇਹ ਜਿੰਨੇ ਜ਼ਿਆਦਾ ਅਸੀਂ ਨਿਰਭਰ ਹੋ ਰਹੇ ਹਾਂ, ਇਹ ਚੀਜ਼ਾਂ ਉਨੀਆਂ ਹੀ ਜਿਹੜੀਆਂ ਇਹਨਾਂ ਦੀ ਖਪਤ ਵੱਧ ਰਹੀ ਹੈ। ਖਪਤ ਵੱਧ ਰਹੀ ਹੈ ਤਾਂ ਇਹਨਾਂ ਦੇ ਉਦਯੋਗ ਵੀ ਵੱਧ ਲੱਗਣਗੇ, ਉਦਯੋਗ ਵੱਧ ਲੱਗਣਗੇ ਤਾਂ ਉਨੀ ਸਾਡੀ ਐਨਰਜੀ ਵੀ ਲੱਗੇਗੀ। ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਐਨਰਜੀ ਲਗਾ ਰਹੇ ਹਾਂ ਜਿਹੜੀਆਂ ਚੀਜ਼ਾਂ ਨੂੰ ਵਰਤ ਕੇ ਅਸੀਂ ਇੱਕ ਵਾਰੀ ਸੱਟ ਦੇਣਾ, ਡੰਪ ਕਰ ਦੇਣਾ। ਸੋ ਇਹ ਕੋਈ ਸਿਆਣਪ ਨਹੀਂ ਹੈ। ਠੀਕ ਹੈ, ਸੋ ਖਪਤ ਦੀ ਬਣਤਰ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਸਾਡਾ ਵਿਕਾਸ ਟਿਕਾਊ ਵਿਕਾਸ ਹੈ ਜਾਂ ਨਹੀਂ ਹੈ। ਸ਼ਹਿਰੀਕਰਨ, ਸ਼ਹਿਰੀਕਰਨ ਤੋਂ ਕੀ ਭਾਵ ਹੈ ਬੇਟੇ? ਸ਼ਹਿਰੀਕਰਨ ਮੀਨਸ ਵੱਧ ਤੋਂ ਵੱਧ ਸ਼ਹਿਰਾਂ ਦਾ ਵਿਕਾਸ ਹੋਣਾ, ਜਿੱਥੇ ਉਦਯੋਗ ਲੱਗਣਗੇ, ਜਿੱਥੇ ਟੈਕਨੋਲੋਜੀ ਡਿਵੈਲਪ ਹੋਏਗੀ, ਜਿੱਥੇ ਸਕੂਲ ਕਾਲਜ ਇੰਸਟੀਟਿਊਸ਼ਨ ਵੱਧ ਤੋਂ ਵੱਧ ਹੋਣਗੀਆਂ, ਅਸੀਂ ਕਹਾਂਗੇ ਉੱਥੇ ਕੀ ਹੋ ਗਿਆ? ਸ਼ਹਿਰੀਕਰਨ ਹੋ ਗਿਆ। ਔਰ ਸ਼ਹਿਰੀਕਰਨ ਦੇ ਨਾਲ ਨਾਲ ਪ੍ਰਦੂਸ਼ਣ ਵੀ ਵੱਧਦਾ ਹੈ। ਠੀਕ ਹੈ, ਸੋ ਇਹਦੇ ਨਾਲ ਕੀ ਹੈ? ਊਰਜਾ ਦੀ ਖਪਤ ਵਿੱਚ ਵੀ ਵਾਧਾ ਹੋਇਆ, ਨਿਕਾਸ ਮਤਲਬ ਵੇਸਟ ਪਦਾਰਥਾਂ ਦੇ ਵਿੱਚ ਵੀ ਵਾਧਾ ਹੋਇਆ ਹੈ। ਠੀਕ ਹੈ, ਸੋ ਸ਼ਹਿਰੀਕਰਨ ਦੇ ਨਾਲ ਵੀ ਜਿਹੜਾ ਹੈ ਟਿਕਾਊ ਵਿਕਾਸ, ਉਹਦੇ ਵਿੱਚ ਇੱਕ ਚੁਣੌਤੀ ਮਹਿਸੂਸ ਕੀਤੀ ਗਈ ਹੈ। ਆਵਾਜਾਈ ਦੇ ਸਾਧਨ, ਇਹ ਸਭ ਕੁਝ ਆਰਥਿਕ ਵਿਕਾਸ ਦੇ ਉੱਤੇ ਡਿਪੈਂਡ ਕਰਦਾ ਹੈ। ਜਿੰਨਾ ਜ਼ਿਆਦਾ ਕਿਸੇ ਦੇਸ਼ ਦੀ ਇਕੋਨਮੀ ਵਧੇਗੀ, ਉਨਾ ਹੀ ਉਸ ਦੇ ਜਿਹੜੇ ਨੇ ਉਦਯੋਗ ਵਧਣਗੇ, ਆਵਾਜਾਈ ਦੇ ਸਾਧਨ ਵਧਣਗੇ, ਪੈਟਰੋਲੀਅਮ ਦੀ ਖਪਤ ਵਧੇਗੀ। ਪੈਟਰੋਲੀਅਮ ਦੀ ਖਪਤ ਵਧੇਗੀ ਤਾਂ ਜਿਹੜਾ ਹੈ ਹਵਾ ਪ੍ਰਦੂਸ਼ਣ ਪੈਦਾ ਹੋਏਗਾ, ਗਲੋਬਲ ਵਾਰਮਿੰਗ ਹੋਏਗੀ। ਠੀਕ ਹੈ, ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਦੇਸ਼ ਵਿੱਚ ਹੋਰ ਵਾਹਨਾਂ ਦੇ ਮੁਕਾਬਲੇ 2 ਵਾਹਨ ਜਿਹੜੇ ਨੇ ਉਹ ਪਹਿਲਾਂ ਬਹੁਤ ਚਲਨ ਵਿੱਚ ਸੀ, ਉਹਨਾਂ ਦਾ ਹੈਰਾਨੀਜਨਕ ਵਾਧਾ ਹੋਇਆ। ਉਸ ਤੋਂ ਬਾਅਦ 4 ਜਿਹੜੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ 4 ਪਹੀਆ ਵਾਹਨ, ਕਾਰਾਂ ਦੇ ਵਿੱਚ ਬਹੁਤ ਵਾਧਾ ਹੋਇਆ। ਇਹਨਾਂ ਦੀ ਖਰੀਦ ਫਰੋਖਤ ਹੈ ਜਿਹੜੀ ਅੱਜ ਉਸ ਦੀ ਸ਼ਕਤੀ ਵਿੱਚ ਵਾਧਾ ਹੋਇਆ ਹੈ। ਔਰ ਅਗਰ ਅਸੀਂ ਦੇਖੀਏ ਕਿ ਭਾਰਤ ਦੇ ਵਿੱਚ ਮੱਧ ਸ਼੍ਰੇਣੀ ਦੇ ਲੋਕਾਂ ਕੋਲ 2 ਪਹੀਆ ਵਾਹਨ, ਔਰ ਮੈਂ ਕਹਾਂਗੀ ਕਿ 4 ਪਹੀਆ ਵਾਹਨ ਜਿਹੜੇ ਨੇ ਅੱਜ ਹਰ ਇੱਕ ਘਰ ਦੇ ਵਿੱਚ, ਹਰ ਇੱਕ ਬੰਦੇ ਦੇ ਕੋਲ ਅਲੱਗ-ਅਲੱਗ ਨੇ। ਠੀਕ ਹੈ, ਸੋ ਇਹ ਇੱਕ ਸਸਟੇਨੇਬਲ ਜਿਹੜੀ ਕੰਜ਼ੰਪਸ਼ਨ ਪੈਟਰਨ ਦਾ ਨਮੂਨਾ ਨਹੀਂ ਹੈ, ਇੱਕ ਸੋਚਣ ਦਾ ਵਿਸ਼ਾ ਹੈ। ਰਾਜਨੀਤਿਕ ਸੰਭਾਵਨਾਵਾਂ, ਪੋਲੀਟੀਕਲ ਕੰਸੀਡਰੇਸ਼ਨ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਕਿ ਅਗਰ ਅਸੀਂ ਵਿਕਾਸ ਨੂੰ ਟਿਕਾਊ ਵਿਕਾਸ ਦੇ ਵਿੱਚ ਜਿਹੜਾ ਹੈ ਚੇਂਜ ਕਰਨਾ ਹੈ। ਵਾਤਾਵਰਣ ਦੀ ਗੁਣਵੱਤਾ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਕਾਨੂੰਨ ਬਣਾਏ ਗਏ ਨੇ, ਅਸੀਂ ਚੈਪਟਰ ਵਿੱਚ ਪੜ੍ਹਿਆ ਸੀਗਾ। ਠੀਕ ਹੈ, ਇਨਵਾਇਰਮੈਂਟਲ ਮੈਨੇਜਮੈਂਟ ਲਾਜ਼ ਦੇ ਵਿੱਚ ਪੜ੍ਹਿਆ ਸੀ। ਪਰੰਤੂ ਇਹ ਕਾਨੂੰਨ ਅਤੇ ਪਾਲਿਸੀਆਂ ਨੂੰ ਬਚਾਉਣਾ ਅਤੇ ਲਾਗੂ ਕਰਵਾਉਣ ਲਈ ਸਾਨੂੰ ਅਜਿਹੇ ਰਾਜ ਪ੍ਰਬੰਧ ਦੀ ਜ਼ਰੂਰਤ ਹੈ। ਵੈਰੀ ਇੰਪੋਰਟੈਂਟ, ਸਾਨੂੰ ਇੱਕ ਐਸੀ ਐਡਮਿਨਿਸਟ੍ਰੇਸ਼ਨ ਦੀ ਜ਼ਰੂਰਤ ਹੈ ਜੋ ਇਹਨਾਂ ਪਾਲਿਸੀਆਂ ਨੂੰ, ਇਹਨਾਂ ਕਾਨੂੰਨਾਂ ਨੂੰ ਲਾਗੂ ਕਰਵਾ ਸਕੇ। ਠੀਕ ਹੈ, ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਪੋਲੀਟੀਕਲ ਕੰਸੀਡਰੇਸ਼ਨ, ਐਡਮਿਨਿਸਟ੍ਰੇਟਿਵ ਕੰਸੀਡਰੇਸ਼ਨ ਕੀ ਰੋਲ ਪਲੇ ਕਰਦੀਆਂ ਨੇ। ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇੱਛਾ, ਇਹੀ ਗੱਲ ਅਸੀਂ ਡਿਸਕਸ ਕਰ ਰਹੇ ਹਾਂ ਕਿ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇੱਛਾ ਇੱਕ ਖਾਸ ਚੁਣੌਤੀ ਬਣੀ ਹੋਈ ਹੈ, ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਲਈ। ਰਾਜਨੀਤਿਕ ਇੱਛਾ ਰਾਜਨੀਤਿਕ ਨੇਤਾਵਾਂ ਦੇ ਸਮਾਜ ਵਿੱਚ ਮਹੱਤਵਪੂਰਨ ਅਤੇ ਪੱਕੇ ਤੌਰ ਤੇ ਬਦਲਾਵ ਲਿਆਉਣ ਦੀ ਖਾਹਿਸ਼ ਰੱਖਦਾ ਹੈ। ਇੱਕ ਅੱਛਾ ਇਨਸਾਨ, ਇੱਕ ਹਿਊਮਨ ਬੀਇੰਗ, ਠੀਕ ਹੈ, ਉਸ ਦੀ ਹਮੇਸ਼ਾ ਇਹ ਇੱਛਾ ਹੋਏਗੀ ਕਿ ਮੈਂ ਆਪਣੇ ਦੇਸ਼ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਲੈ ਕੇ ਆਵਾਂ। ਸੋ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇੱਛਾ ਵਿਕਾਸ ਦੇ ਸੁਧਾਰਾਂ ਦੇ ਪਹੀਏ ਨੂੰ ਘੁਮਾਉਣ ਲਈ ਲੋੜੀਂਦਾ ਸਟੀਅਰਿੰਗ ਹੈ। ਜਿਸ ਤਰ੍ਹਾਂ ਅਸੀਂ ਕਾਰ ਦਾ ਸਟੀਅਰਿੰਗ ਘੁਮਾਉਂਦੇ ਹਾਂ, ਕਾਰ ਚੱਲਣ ਲੱਗਦੀ ਹੈ, ਉਸ ਤਰ੍ਹਾਂ ਅਗਰ ਸਾਡੀ ਰਾਜਨੀਤਿਕ ਔਰ ਪ੍ਰਸ਼ਾਸਨਿਕ ਐਡਮਿਨਿਸਟ੍ਰੇਸ਼ਨ ਸਟਰੋਂਗ ਨੇ ਤਾਂ ਉਹ ਵਿਕਾਸ ਨੂੰ, ਟਿਕਾਊ ਵਿਕਾਸ ਦੇ ਪਹੀਏ ਦੇ ਉੱਤੇ ਘੁਮਾ ਸਕਦੀਆਂ ਨੇ। ਅੱਜ ਬਹੁਤ ਸਾਰੀਆਂ ਕਿਰਿਆਵਾਂ ਨੇ ਜੋ ਸਰਕਾਰ ਗਰੀਬੀ ਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਰਤ ਰਹੀ ਹੈ। ਠੀਕ ਹੈ, ਇਹ ਇੱਕ ਸੱਚੀ ਰਾਜਨੀਤਿਕ ਇੱਛਾ ਨੂੰ ਛੱਡ ਕੇ ਸਰਕਾਰ ਲਈ ਸਕਾਰਾਤਮਕ, ਪੋਜ਼ਿਟਿਵ ਤਰੀਕੇ ਦੇ ਨਾਲ ਸੋਚਣਾ ਤੇ ਅੱਗੇ ਵਧਣਾ ਬਹੁਤ ਜ਼ਰੂਰੀ ਹੈ। ਕੁਝ ਐਸੀਆਂ ਨਿਰੰਤਰ ਅਤੇ ਲਚੀਲੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ,
ਜਿਸ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਜਿਹੜੀ ਹੈ ਉਸ ਨੂੰ ਰੋਜੀ ਰੋਟੀ ਮੁਹੱਈਆ ਕੀਤੀ ਜਾ ਸਕੇ। ਇਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਕਿ ਹਰ ਇੱਕ ਨੂੰ ਰੁਜ਼ਗਾਰ ਮਿਲੇ। ਹਰ ਇੱਕ ਨੂੰ ਰੁਜ਼ਗਾਰ ਮਿਲੇਗਾ ਤਾਂ ਉਸ ਨੂੰ ਲਾਜ਼ਮੀ ਰੋਟੀ ਜਿਹੜੀ ਹੈ ਰੋਜ਼ੀ ਰੋਟੀ ਮੁਹੱਈਆ ਹੋਏਗੀ। ਉਚਿਤ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਬਹੁਤ ਇੰਪੋਰਟੈਂਟ ਟੌਪਿਕ ਹੈ। ਐਪਰੋਪ੍ਰੀਏਟ ਟੈਕਨੋਲੋਜੀ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਐਪਰੋਪ੍ਰੀਏਟ ਟੈਕਨੋਲੋਜੀ ਦੇ ਵਿੱਚ ਜਿਵੇਂ ਵੱਧ ਤੋਂ ਵੱਧ ਸੂਰਜੀ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਸਾਡਾ ਵਾਤਾਵਰਨ ਪੋਲਿਊਸ਼ਨ ਘੱਟ ਹੋਏਗਾ, ਠੀਕ ਹੈ। ਸੂਰਜੀ ਸੈੱਲ ਤੁਸੀਂ ਫਿਜ਼ਿਕਸ ਦੇ ਵਿੱਚ ਵੀ ਪੜ੍ਹਦੇ ਹੋ, ਠੀਕ ਹੈ, 10ਵੀਂ ਤੱਕ ਪੜ੍ਹਿਆ ਹੋਏਗਾ ਤੁਸੀਂ। ਇਸੇ ਤਰ੍ਹਾਂ ਅਸੀਂ ਵਿੰਡ ਮਿਲ ਦੀ ਵਰਤੋਂ ਕਰਕੇ ਊਰਜਾ ਦਾ ਨਿਰਮਾਣ ਕਰ ਸਕਦੇ ਹਾਂ। ਇਸੇ ਤਰ੍ਹਾਂ ਸਮੁੰਦਰੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ। ਨਵੀਆਂ ਟੈਕਨੋਲੋਜੀਜ਼ ਨੇ ਜਿਸ ਦੇ ਨਾਲ ਅਸੀਂ ਵਰਤੋਂ ਕਰਕੇ ਟਿਕਾਊ ਵਿਕਾਸ ਦੇ ਟੀਚੇ ਤੱਕ ਪਹੁੰਚ ਸਕਦੇ ਹਾਂ। ਇਸੇ ਤਰ੍ਹਾਂ ਪਹਿਲਾਂ ਤੁਸੀਂ ਦੇਖੋ ਬੇਟੇ, ਪੀਲੇ ਬਲਬ ਵਰਤੇ ਜਾਂਦੇ ਸੀ, ਠੀਕ ਹੈ, ਜਿਨ੍ਹਾਂ ਦੇ ਵਿੱਚੋਂ ਹੀਟ ਬਹੁਤ ਨਿਕਲਦੀ ਸੀ, ਬਿਜਲੀ ਦਾ ਬਿੱਲ ਵੀ ਜ਼ਿਆਦਾ ਆਉਂਦਾ ਸੀ। ਅੱਜ ਕੱਲ੍ਹ ਕੀ ਹੈ, CFL ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਇੱਕ ਘਰ ਦੇ ਵਿੱਚ ਲੱਗੇ ਹੁੰਦੇ ਨੇ, LED ਲਾਈਟਸ ਲੱਗੀਆਂ ਹੋਈਆਂ, ਉਹਨਾਂ ਦੇ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ, ਠੀਕ ਹੈ। ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ, ਲੰਬੇ ਸਮੇਂ ਤੱਕ ਚੱਲਦੇ ਨੇ ਬਲਬ। ਸੋ ਇਹ ਕੀ ਹੈ, ਉਚਿਤ ਤਕਨੀਕ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ। ਇਸੇ ਤਰ੍ਹਾਂ ਰੋਸ਼ਨਦਾਨ ਅਤੇ ਏਅਰ ਕੰਡੀਸ਼ਨਿੰਗ, ਜਿੰਨੇ ਜ਼ਿਆਦਾ ਘਰ ਦੇ ਵਿੱਚ ਰੋਸ਼ਨਦਾਨ ਹੋਣਗੇ ਉਨੀ ਸਾਨੂੰ AC ਦੀ ਜ਼ਰੂਰਤ ਨਹੀਂ ਪਏਗੀ, ਠੀਕ ਹੈ। ਘੱਟ ਤੋਂ ਘੱਟ AC ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਜਿਹੜੇ ਵੱਡੇ ਵੱਡੇ ਫਲੈਟਸ ਬਣ ਰਹੇ ਨੇ, ਬਿਲਡਿੰਗਸ ਬਣ ਰਹੀਆਂ ਨੇ, ਉਹ ਇਸ ਤਕਨੀਕ ਦਾ ਬਹੁਤ ਇਸਤੇਮਾਲ ਕਰਦੇ ਨੇ ਕਿ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿਆਂ, ਜੈਪੁਰ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਬਿਲਡਿੰਗ ਹੈ ਹਵਾ ਮਹਿਲ। ਉਸ ਦਾ ਨਾਮ ਹਵਾ ਮਹਿਲ ਕਿਉਂ ਪਿਆ? ਕਿਉਂਕਿ ਉਹਦੇ ਵਿੱਚ ਇੰਨੀਆਂ ਜ਼ਿਆਦਾ ਖਿੜਕੀਆਂ ਨੇ। ਅਗਰ ਤੁਹਾਨੂੰ ਕਦੇ ਮੌਕਾ ਮਿਲੇ ਉਸ ਨੂੰ ਦੇਖਣ ਦਾ, ਜਦੋਂ ਤੁਸੀਂ ਉਹਦੇ ਵਿੱਚ ਐਂਟਰ ਕਰਦੇ ਹੋ ਤਾਂ ਚਾਰੋਂ ਪਾਸੇ ਇੱਦਾਂ ਲੱਗਦਾ ਕਿ ਜਿਵੇਂ ਹਵਾ ਇੰਨੀ ਅੰਦਰ ਆ ਰਹੀ ਹੈ, ਬਾਹਰ ਉਹ ਹਵਾ ਮਹਿਸੂਸ ਨਹੀਂ ਹੋਏਗੀ ਤੁਹਾਨੂੰ। ਉਹਦਾ ਰੀਜ਼ਨ ਕਿਉਂਕਿ ਉੱਥੇ ਬਹੁਤ ਜ਼ਿਆਦਾ ਖਿੜਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਹਵਾ ਕ੍ਰਾਸ ਹੁੰਦੀ ਹੈ, ਔਰ ਉਹ ਨੈਚੁਰਲ ਵੈਂਟੀਲੇਸ਼ਨ ਹੈ, ਨੈਚੁਰਲ ਏਅਰ ਕੰਡੀਸ਼ਨਿੰਗ ਹੈ। ਇੱਥੇ ਮੈਂ ਆਰਟੀਫਿਸ਼ੀਅਲ ਜਿਹੜੇ AC ਦੀ ਗੱਲ ਨਹੀਂ ਕਰ ਰਹੀ, ਨੈਚੁਰਲ ਏਅਰ ਕੰਡੀਸ਼ਨਿੰਗ ਦੀ ਗੱਲ ਕਰ ਰਹੀ ਹਾਂ। ਇਸੇ ਤਰ੍ਹਾਂ ਜਿਹੜੀਆਂ ਥਰਮਲ ਚਿਮਨੀਜ਼ ਅੱਜ ਕੱਲ੍ਹ ਲਗਾਈਆਂ ਜਾਂਦੀਆਂ, ਬਹੁਤ ਹੀ ਅੱਛੀ ਤਕਨੀਕ ਹੈ ਜਿਸ ਦੇ ਨਾਲ ਊਰਜਾ ਦਾ ਸੰਵਹਿਨ ਹੁੰਦਾ ਹੈ। ਇਸੇ ਤਰ੍ਹਾਂ ਘਰਾਂ ਦੇ ਵਿੱਚ ਅਸੀਂ ਭੋਜਨ ਕਿਸ ਤਰ੍ਹਾਂ ਪਕਾ ਰਹੇ ਹਾਂ, ਭੋਜਨ ਕਿਸ ਤਰ੍ਹਾਂ ਤਿਆਰ ਕਰ ਰਹੇ ਹਾਂ, ਅਸੀਂ ਕੀ ਉਹਦੇ ਨਾਲ ਊਰਜਾ ਦੇ ਸੋਮਿਆਂ ਦੀ ਬੱਚਤ ਕਰ ਰਹੇ ਹਾਂ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਸਾਡੇ ਊਰਜਾ ਦੇ ਸੋਮਿਆਂ ਦੀ ਸੁਚੱਜੀ ਵਰਤੋਂ ਕਰਨ ਲਈ, ਠੀਕ ਹੈ। ਹੁਣ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿਆਂ, ਅੱਜ ਕੱਲ੍ਹ ਧੂਆਂ ਰਹਿਤ ਚੁੱਲ੍ਹੇ ਨੇ ਜਿਹੜੇ ਲੱਕੜ ਦੀ ਬੱਚਤ ਕਰਦੇ ਨੇ। ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਪਹਿਲਾਂ ਜਿਹੜੇ ਖਾਣਾ ਬਣਾਇਆ ਜਾਂਦਾ ਸੀ ਇਸ ਤਰ੍ਹਾਂ ਦੇ ਚੁੱਲ੍ਹਿਆਂ 'ਤੇ ਬਣਾਇਆ ਜਾਂਦਾ ਸੀ, ਕਿੰਨਾ ਧੂੰਆਂ ਨਿਕਲ ਰਿਹਾ। ਧੂਏਂ ਦੇ ਵਿੱਚ ਕਿੰਨੇ ਅਨਬਰਨਡ ਕਾਰਬਨ ਪਾਰਟੀਕਲਸ ਨੇ, ਕਾਰਬਨ ਡਾਈਆਕਸਾਈਡ ਹੈ ਜਿਹੜੀ ਸਿੱਧਾ ਫੇਫੜਿਆਂ ਦੇ ਉੱਤੇ ਅਸਰ ਕਰਦੀ ਹੈ। ਲੇਕਿਨ ਅੱਜ ਕੱਲ੍ਹ ਇਹ ਜਿਹੜੇ ਨੇ ਸਮੋਕਲੈਸ ਧੂਆਂ ਰਹਿਤ ਚੁੱਲ੍ਹੇ ਨੇ, ਇਹ ਡਿਵੈਲਪ ਕੀਤੇ ਗਏ ਨੇ। ਤਾਂ ਇੱਕ ਉਚਿਤ ਤਕਨੀਕ ਹੈ ਨਾ, ਧੂਆਂ ਰਹਿਤ ਚੁੱਲ੍ਹੇ ਨੇ। ਇਹਨਾਂ ਦੇ ਵਿੱਚ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ। ਦੇਖੋ ਕਿਸੇ ਵੀ ਚੀਜ਼ ਨੂੰ ਬਾਲਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? ਆਕਸੀਜਨ ਦੀ। ਅਗਰ ਉਸ ਨੂੰ ਕੰਟੀਨਿਊਸ ਆਕਸੀਜਨ ਮਿਲ ਰਹੀ ਹੈ ਲੱਕੜ ਨੂੰ ਤਾਂ ਉਹ ਜ਼ਿਆਦਾ ਬਲੇਗੀ। ਇਹਦੇ ਵਿੱਚ ਦੇਖੋ ਆਕਸੀਜਨ ਨਹੀਂ ਮਿਲ ਰਹੀ, ਤਾਂ ਕਰਕੇ ਉਹਦੀ ਜਿਹੜੀ ਹੈ ਬਾਲਣ ਕਿਰਿਆ ਹੈ ਉਹ ਅਧੂਰੀ ਹੈ, ਇਸੇ ਕਰਕੇ ਧੂਆਂ ਨਿਕਲ ਰਿਹਾ ਜ਼ਿਆਦਾ। ਕਲੀਅਰ? ਧੂਆਂ ਰਹਿਤ ਚੁੱਲ੍ਹੇ ਇੱਕ ਬਹੁਤ ਵਧੀਆ ਤਕਨੀਕ ਹੈ। ਇਸੇ ਤਰ੍ਹਾਂ ਬੁੱਕ ਦੇ ਵਿੱਚ ਸਾਡੇ ਐਗਜ਼ਾਮਪਲ ਦਿੱਤੀ ਹੋਈ ਹੈ ਰੈਫਰੀਜਰੇਸ਼ਨ ਦੀ। ਅੱਜ ਕੱਲ੍ਹ ਅਸੀਂ ਘਰਾਂ ਦੇ ਵਿੱਚ ਫਰਿੱਜ ਵਰਤਦੇ ਹਾਂ, ਠੀਕ ਹੈ, ਚੀਜ਼ਾਂ ਨੂੰ ਠੰਡਾ ਕਰਨ ਲਈ। ਭਾਵੇਂ ਸਰਦੀ ਹੈ ਗਰਮੀ ਹੈ, ਸਾਡਾ ਫਰਿੱਜ ਬੰਦ ਹੀ ਨਹੀਂ ਹੁੰਦਾ, ਠੀਕ ਹੈ। ਲੇਕਿਨ ਉਹਦੇ ਨਾਲ ਨਾਲ ਅਗਰ ਅਸੀਂ ਕੁਝ ਟ੍ਰੈਡੀਸ਼ਨਲ ਤਕਨੀਕਾਂ ਦੀ ਇਸਤੇਮਾਲ ਕਰੀਏ ਤਾਂ ਅਸੀਂ ਆਪਣੀ ਬਿਜਲੀ ਦੀ ਬੱਚਤ ਕਰ ਸਕਦੇ ਹਾਂ, ਠੀਕ ਹੈ। ਹੁਣ ਤੁਸੀਂ ਇਹਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਕੱਚੀ ਮਿੱਟੀ ਦੇ 2 ਘੜਿਆਂ ਦੇ ਨਾਲ ਇੱਕ ਰੈਫਰੀਜਰੇਟਰ ਤਿਆਰ ਕੀਤਾ ਗਿਆ, ਠੀਕ ਹੈ। ਕਿਵੇਂ ਬਣਾਇਆ ਗਿਆ? ਇੱਕ ਮਟਕੇ ਦੇ ਵਿੱਚ ਸੈਂਡ ਪਾਈ ਗਈ, ਠੀਕ ਹੈ। ਉਹਦੇ ਵਿੱਚ ਇੱਕ ਹੋਰ ਮਟਕਾ ਰੱਖਿਆ ਗਿਆ, ਉਹਦੇ ਵਿੱਚ ਸਬਜ਼ੀਆਂ ਤੇ ਫਲ ਫਰੂਟ ਰੱਖੇ ਗਏ, ਔਰ ਇਹ ਕਿੰਨੇ ਹੀ ਦਿਨਾਂ ਤੱਕ ਇਹ ਫਲ ਫਰੂਟ ਬਿਲਕੁਲ ਫਰੈਸ਼ ਰਹਿੰਦੇ ਨੇ। ਇੰਨੇ ਫਰਿੱਜ ਦੇ ਵਿੱਚ ਵੀ ਫਰੈਸ਼ ਨਹੀਂ ਰਹਿਣਗੇ। ਇਹਨੂੰ ਕਹਿੰਦੇ ਨੇ ਘੜੇ ਦੇ ਉੱਪਰ ਘੜਾ ਰੱਖ ਕੇ ਰੈਫਰੀਜਰੇਸ਼ਨ ਬਣਾਉਣ ਦੀ ਤਕਨੀਕ, ਠੀਕ ਹੈ। ਰੂਰਲ ਏਰੀਆਜ਼ ਦੇ ਵਿੱਚ ਇਹ ਬਹੁਤ ਅੱਜ ਵੀ ਹੈ। ਸੋ ਅਸੀਂ ਵੀ ਇਸ ਚੀਜ਼ ਨੂੰ ਇਸਤੇਮਾਲ ਕਰ ਸਕਦੇ ਹਾਂ। ਹਾਂ, ਫਰਿੱਜ ਨਹੀਂ ਛੱਡਣਾ ਅਸੀਂ, ਲੇਕਿਨ ਨਹੀਂ ਚਾਹੁੰਦੇ ਤੁਸੀਂ ਫਰਿੱਜ ਦੀ ਵਰਤੋਂ ਵੀ ਕਰਨੀ ਹੈ, ਲੇਕਿਨ ਇਸ ਚੀਜ਼ ਦਾ ਵੀ ਇਸਤੇਮਾਲ ਕਰਨਾ ਸਿੱਖੋ।
ਇਸੇ ਤਰ੍ਹਾਂ ਬਾਲਣ, ਠੀਕ ਹੈ, ਅਗਰ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰਦੇ ਹਾਂ, ਵਿੰਡ ਮਿਲ ਦੀ ਵਰਤੋਂ ਕਰਦੇ ਹਾਂ, ਠੀਕ ਹੈ, ਤਾਂ ਅਸੀਂ ਆਪਣਾ ਬਾਲਣ ਹੈ ਜਿਹੜਾ ਕੁਦਰਤੀ ਸਰੋਤ ਨੇ ਉਹਨਾਂ ਦੀ ਬੱਚਤ ਕਰ ਸਕਦੇ ਹਾਂ। ਪਾਣੀ ਦੀ ਬੱਚਤ ਕਰ ਸਕਦੇ ਹਾਂ ਅਸੀਂ, ਠੀਕ ਹੈ, ਰੇਨ ਵਾਟਰ ਹਾਰਵੈਸਟਿੰਗ, ਵਰਖਾ ਦੇ ਪਾਣੀ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬਚਾ ਸਕਦੇ ਹਾਂ, ਠੀਕ ਹੈ। ਅੱਜ ਧਰਤੀ ਦਾ ਹੇਠਲਾ ਪਾਣੀ ਖਤਮ ਹੋ ਰਿਹਾ, ਸੋ ਤੁਸੀਂ ਦੇਖੋ, ਠੀਕ ਹੈ, ਅੱਜ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ। ਉਹਦਾ ਕਾਰਨ ਕੀ ਹੈ? ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਔਰ ਅਗਰ ਅਸੀਂ ਮੀਂਹ ਦੇ ਪਾਣੀ ਨੂੰ ਜਿਹੜਾ ਹੈ ਸੇਵ ਕਰ ਲੈਂਦੇ ਹਾਂ, ਕਿ ਅਗਰ ਛੱਤ ਦੇ ਉੱਪਰੋਂ ਮੀਂਹ ਦੇ ਪਾਈਪ ਲਗਾ ਕੇ ਉਸ ਨੂੰ ਅਸੀਂ ਅੰਡਰਗਰਾਊਂਡ ਟੈਂਕ ਦੇ ਵਿੱਚ ਇਕੱਠਾ ਕਰ ਲੈਂਦੇ ਹਾਂ, ਤਾਂ ਸਾਡੀ ਜਿਹੜੀ ਪਾਣੀ ਦੀ ਸਮੱਸਿਆ ਆ ਰਹੀ ਹੈ ਉਹ ਦੂਰ ਹੋ ਸਕਦੀ ਹੈ। ਸੋ ਇਹ ਕਿੰਨੀ ਵਧੀਆ ਤਕਨੀਕ ਹੈ ਜਿਸ ਦੇ ਨਾਲ ਅਸੀਂ ਕੁਦਰਤੀ ਸੋਮੇ ਬਚਾ ਸਕਦੇ, ਔਰ ਇਹੀ ਤਾਂ ਟਿਕਾਊ ਵਿਕਾਸ ਹੈ ਜਿਹਦੇ ਨਾਲ ਸਾਡੇ ਕੁਦਰਤੀ ਸੋਮੇ ਬਚੇ ਰਹਿਣ, ਠੀਕ ਹੈ। ਸੋ ਮੁੜ ਤੋਂ ਵਾਚਣਾ ਅਤੇ ਦੁਹਰਾਈ ਵਿਧੀ ਬਹੁਤ ਇੰਪੋਰਟੈਂਟ ਹੈ। ਜੋ ਵੀ ਅਸੀਂ ਹੁਣ ਤੱਕ ਪੜ੍ਹਿਆ, ਅਗਰ ਅਸੀਂ ਇਸ ਦਾ ਰਿਵਿਊ ਕਰਦੇ ਰਹੀਏ ਸਮੇਂ-ਸਮੇਂ ਤੇ ਕਿ ਕੀ ਅਸੀਂ ਆਪਣੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਕਰ ਰਹੇ ਹਾਂ, ਠੀਕ ਹੈ, ਉਹਦਾ ਰਿਵਿਊ ਕੀਤਾ ਜਾਏ, ਠੀਕ ਹੈ, ਅਗਰ ਔਰ ਉਸ ਦੀ ਦੁਹਰਾਈ ਕੀਤੀ ਜਾਏ ਬਾਰ-ਬਾਰ, ਤਾਂ ਅਸੀਂ ਟਿਕਾਊ ਵਿਕਾਸ ਦੇ ਰਸਤੇ ਦੇ ਉੱਤੇ ਬਹੁਤ ਤੇਜ਼ੀ ਨਾਲ ਅੱਗੇ ਲੰਘ ਸਕਦੇ ਹਾਂ। ਮੁੜ ਤੋਂ ਵਾਚਣਾ ਤੋਂ ਭਾਵ ਹੈ ਕਿ ਪੂਰੀ ਸਮਝਦਾਰੀ ਰਾਹੀਂ ਵਿਧੀ ਤੇ ਪ੍ਰਕਿਰਿਆ ਨੂੰ ਸਮਝਦੇ ਹੋਏ ਵਾਤਾਵਰਣ ਦੀ ਸਮੱਸਿਆ ਨੂੰ ਘੋਖਣਾ ਅਤੇ ਹੱਲ ਕਰਨਾ, ਠੀਕ ਹੈ, ਇਹ ਬਹੁਤ ਜ਼ਰੂਰੀ ਹੈ। ਮੁੜ ਤੋਂ ਵਾਚਣਾ ਅਤੇ ਦੁਹਰਾਈ ਵਿਧੀ। ਮਨੁੱਖੀ ਪਹੁੰਚ, ਵੈਰੀ ਇੰਪੋਰਟੈਂਟ। ਮਨੁੱਖੀ ਪਹੁੰਚ ਦਾ ਕੀ ਮਤਲਬ ਹੈ? ਹਿਊਮਨ ਅਪਰੋਚ। ਹਰ ਇੱਕ ਬੀਇੰਗ ਏ ਹਿਊਮਨ, ਹਰ ਇੱਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਵਾਤਾਵਰਣ ਨੂੰ ਦੀ ਸਾਂਭ ਸੰਭਾਲ ਕਰਨੀ ਹੈ। ਸਟੂਡੈਂਟ ਲੈਵਲ ਤੋਂ ਕਾਲਜ ਲੈਵਲ ਤੇ, ਦਫ਼ਤਰੀ ਲੈਵਲ ਤੇ, NGOs ਨੇ, ਸਾਇੰਟਿਸਟ ਨੇ, ਉਦਯੋਗਪਤੀ ਨੇ, ਹਰ ਇੱਕ ਦੀ ਇਹ ਅਪਰੋਚ ਹੋਣੀ ਚਾਹੀਦੀ ਹੈ, ਪੋਜ਼ਿਟਿਵ ਅਪਰੋਚ, ਕਿ ਅਸੀਂ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਹੈ, ਠੀਕ ਹੈ। ਇਸ ਦੇ ਨਾਲ ਜਿਹੜਾ ਹੈ ਸਾਡਾ ਜਿਹੜੇ ਵਾਤਾਵਰਣ ਦੇ ਸੋਮਿਆਂ ਦੇ ਉੱਤੇ, ਧਰਤੀ ਦੇ ਉੱਤੇ ਇੱਕ ਜਿਹੜਾ ਦਬਾਅ ਪੈ ਰਿਹਾ ਹੈ ਉਹ ਘੱਟ ਹੋਏਗਾ। ਸੋ ਅਸੀਂ ਵਾਤਾਵਰਣ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜੇਕਰ ਸਾਨੂੰ ਟਿਕਾਊ ਵਿਕਾਸ ਚਾਹੀਦਾ ਹੈ ਤਾਂ ਸਾਨੂੰ ਵਾਤਾਵਰਣ ਉੱਪਰ ਦਬਾਅ, ਜਿਵੇਂ ਜਨਸੰਖਿਆ ਦਾ ਦਬਾਅ, ਅਨਪੜ੍ਹਤਾ ਦਾ ਦਬਾਅ, ਉਸ ਨੂੰ ਘੱਟ ਕਰਨਾ ਪਏਗਾ। ਵਾਤਾਵਰਣੀ ਮੁਹਿੰਮ ਚਲਾਉਣੀ ਪਏਗੀ, ਗਰੀਬੀ ਹਟਾਓ ਪ੍ਰੋਗਰਾਮ ਨੇ ਜਿਹੜੇ ਉਹ ਉਲੀਕਣੇ ਪੈਣਗੇ। ਇਹ ਸਾਰਾ ਕੁਝ ਕਿਵੇਂ ਪੋਸੀਬਲ ਹੋ ਸਕਦਾ ਹੈ? ਜੇ ਅਸੀਂ ਅਪਰੋਚ ਕਰੀਏ, ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀਏ। ਇਸ ਤੋਂ ਇਲਾਵਾ ਬੇਟੇ, ਸਿੱਖਿਅਤ ਮਨੁੱਖੀ ਸ਼ਕਤੀ ਦਾ ਵਿਕਾਸ, ਸਕਿਲਡ ਮੈਨ ਪਾਵਰ। ਹੁਣ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਸਕੂਲਾਂ ਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ ਸ਼ੁਰੂ ਕੀਤੀ ਗਈ ਹੈ। ਉਹਦੇ ਵਿੱਚ ਕੀ ਨੇ? ਮੋਬਾਈਲ ਰਿਪੇਅਰ ਦੇ ਵੀ ਜਿਹੜੇ ਹੈਗੇ ਨੇ ਕੋਰਸਿਸ ਹੈਗੇ ਨੇ, ਰੈਫਰੀਜਰੇਸ਼ਨ ਦੇ ਵੀ ਕੋਰਸਿਸ ਹੈਗੇ ਨੇ, ਠੀਕ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਹੈਲਥ ਦੇ ਕਈ ਕੋਰਸਿਸ ਨੇ, ਬਿਊਟੀ ਪਾਰਲਰ ਦੇ ਕੋਰਸਿਸ ਨੇ। ਸੋ ਉਹ ਕੀ ਨੇ? ਸਕਿਲਡ, ਕਿ ਤੁਸੀਂ ਆਪਣੇ ਅੰਦਰ ਇੱਕ ਸਕਿੱਲ ਪੈਦਾ ਕਰੋ ਤਾਂ ਕਿ ਅੱਗੇ ਜਾ ਕੇ ਤੁਸੀਂ ਇੱਕ ਆਪਣਾ ਧੰਦਾ, ਆਪਣਾ ਬਿਜ਼ਨਸ ਸਟਾਰਟ ਕਰ ਸਕੋ। ਔਰ ਇਸ ਜਿਹੜੀ ਸਕਿੱਲ ਪਾਵਰ ਦੇ ਵਿੱਚ ਇਹ ਵੀ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਵਾਤਾਵਰਣ ਦੇ ਨਾਲ ਸੁਮੇਲ ਰੱਖਦੇ ਹੋਏ ਆਪਣੇ ਇਹ ਜਿਹੜੇ ਨੇ ਸਕਿੱਲ ਪਾਵਰ ਦਾ ਯੂਜ਼ ਕਰਨਾ ਹੈ। ਕਲੀਅਰ? ਸਿਧਾਂਤ 9 ਦੇਖੋ, ਇਨਵਾਇਰਮੈਂਟਲ ਰਿਗਾਰਡਿੰਗ ਬਹੁਤ ਸਾਰੇ ਪ੍ਰਿੰਸੀਪਲਸ ਨੇ ਜਿਹੜੇ ਸਮੇਂ-ਸਮੇਂ ਤੇ ਸੋਧ ਕੀਤੇ ਜਾਂਦੇ ਨੇ। ਇੱਥੇ ਅਸੀਂ ਪ੍ਰਿੰਸੀਪਲ 9 ਆਫ ਇਨਵਾਇਰਮੈਂਟ ਦਾ ਜ਼ਿਕਰ ਕਰ ਰਹੇ ਹਾਂ। ਇਹਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਰਾਜ ਨੂੰ ਸਮਰੱਥਾ ਦੇ ਵਿਕਾਸ ਦੀ ਮਜ਼ਬੂਤੀ ਲਈ ਮਿਲਵਰਤਨ ਰੱਖਣਾ ਚਾਹੀਦਾ ਹੈ ਤਾਂ ਜੋ ਵਿਗਿਆਨੀ ਸੂਝ-ਬੂਝ ਨੂੰ ਵਿਗਿਆਨ ਦੇ ਤਰੀਕੇ ਦੀ ਜਾਣਕਾਰੀ ਰਾਹੀਂ ਸੁਧਾਰ ਕੇ ਟਿਕਾਊ ਵਿਕਾਸ ਲਿਆਂਦਾ ਜਾ ਸਕੇ ਅਤੇ ਵਿਕਾਸ ਅਨੁਕੂਲਨ ਨਵੀਆਂ ਤਕਨੀਕਾਂ ਦੀ ਅਦਲਾ ਬਦਲੀ ਕੀਤੀ ਜਾ ਸਕੇ। ਸੋ ਮੇਨਲੀ ਸਿਧਾਂਤ 9 ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਸੀਂ ਸਾਇੰਸ ਐਂਡ ਟੈਕਨੋਲੋਜੀ ਨੂੰ ਮਰਜ ਕਰਕੇ, ਠੀਕ ਹੈ, ਐਸੀਆਂ ਤਕਨੀਕਾਂ ਦਾ ਇਸਤੇਮਾਲ ਕਰੋ ਤਾਂ ਕਿ ਅਸੀਂ ਟਿਕਾਊ ਵਿਕਾਸ ਕਰ ਸਕੀਏ ਔਰ ਵਾਤਾਵਰਣ ਦੀ ਸਾਂਭ ਸੰਭਾਲ ਕਰ ਸਕੀਏ। ਸੋ ਇਹ ਤਾਂ ਸੀ ਬੇਟੇ ਸਾਡਾ ਚੈਪਟਰ 8। ਆਈ ਹੋਪ ਕਿ ਤੁਹਾਨੂੰ ਅੱਛੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ। ਇਹ ਸਾਰੇ ਜਿਹੜੇ ਨੇ ਅਭਿਆਸ ਦੇ ਪਿਛਲੇ ਪ੍ਰਸ਼ਨ ਨੇ, ਟੈਕਸਟੁਅਲ ਐਕਸਰਸਾਈਜ਼ ਨੇ, ਬੈਕ ਐਕਸਰਸਾਈਜ਼, ਔਰ ਹੁਣ ਕੋਈ ਵੀ ਐਸਾ ਕੁਐਸਚਨ ਨਹੀਂ ਹੈ ਜਿਹੜਾ ਕਿ ਤੁਸੀਂ ਨਹੀਂ ਅਟੈਂਪਟ ਕਰ ਪਾਓਗੇ, ਠੀਕ ਹੈ।
ਇਹ ਸਮਾਲ ਆਨਸਰ ਕੁਐਸਚਨਸ ਨੇ, ਇਹ ਲੌਂਗ ਆਨਸਰਸ ਕੁਐਸਚਨਸ ਨੇ, ਇਹ ਸਾਰੇ ਕੁਐਸਚਨਸ ਤੁਸੀਂ ਆਪਣੀ ਨੋਟਬੁੱਕਸ ਦੇ ਉੱਪਰ ਨੋਟ ਕਰਨੇ ਨੇ। ਠੀਕ ਹੈ, this is all for today's lecture. We will meet in the next lecture with chapter 9. Till then, study well, learn well, and have a nice day. Thank you.